ਤਿਲਕ ਜਨੂ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦੀਆ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਠੀਕਰ ਫੋਰ ਦਿਲੀਸ ਸਿਰ, ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸ਼ੋਕ। ਹੈ ਇਹ ਜਗ ਭਇਓ, ਜੈ 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 ਸੁਰ ਲੋਕ। ਹੈ ਇਹ ਜਗ ਭਇਓ, ਜੈ 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 ਸੁਰ ਲੋਕ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ ਜੁਗ ਜੁਗ ਅਟਲ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰ। ਦਮਦਮੀ ਟਕਸਾਲ ਸਦਰਵਾਲਾ ਵਿਖੇ ਸਤਿਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਰੋਜ਼ਾਨਾ ਦਾ ਨਿਤਨੇਮ ਜਾਪ ਅੰਮ੍ਰਿਤ ਕੀਰਤਨ ਹੋਇਆ। ਸੋ ਗੁਰੂ ਕੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕਰਕੇ ਅੰਮ੍ਰਿਤ ਬਾਣੀ ਨੂੰ ਗਾ ਸੁਣ ਕਰਕੇ ਭਾਰੀ ਲਾਹਾ ਪ੍ਰਾਪਤ ਕੀਤਾ ਹੈ। ਬੇਅੰਤ ਬਾਣੀ ਦਾ ਜਾਪ ਸਰਵਣ ਕੀਤਾ।
ਆਓ ਪਿਆਰਿਓ, ਹੁਣ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ, ਜੋ ਹਿੰਦ ਦੀ ਚਾਦਰ ਸਤਿਗੁਰੂ ਜੀ, ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਤਿਲਕ ਦੇ ਜੰਝੂ ਦੇ ਰਾਖੇ ਪ੍ਰਭੂ ਸਮਰੱਥ ਸਤਿਗੁਰੂ ਜੀ, ਜਿਨ੍ਹਾਂ ਨੇ ਸ਼ਰਨ ਪਿਆਂ ਦੀ ਬਾਂਹ ਫੜੀ ਔਰ ਲਾਜ ਰੱਖੀ, ਸਿਰ ਦੇ ਕਰਕੇ ਵੀ। ਸੋ ਇਸ ਬਾਂਹ ਪਕੜੀ ਦੀ ਲਾਜ ਨੂੰ ਸਤਿਗੁਰਾਂ ਨੇ ਨਿਭਾਇਆ। ਕਵੀ ਲਿਖਦਾ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਮੁਰਝਾਈਆ, ਗੁਰ ਸ਼ਬਦੀ ਉਹ ਮਨ ਓੜੀਐ। ਬਾਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹ ਨਾ ਛੋੜੀਐ, ਗੁਰ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਐ। ਇਹੋ ਜਿਹੀ ਕੁਰਬਾਨੀ ਵਾਲੇ ਸਤਿਗੁਰੂ ਗਰੀਬ ਨਿਵਾਜ, ਸ਼ਰਨ ਪਿਆਂ ਦੀ ਲੱਜਾ ਰੱਖਣ ਵਾਲੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਗੁਰੂ ਕੇ ਪਿਆਰਿਓ 1678 ਬਿਕਰਮੀ ਵਿਸਾਖ ਵਦੀ ਪੰਚਮੀ ਨੂੰ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ, ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਹਨ, ਇਸ ਸਥਾਨ ਤੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਅਵਤਾਰ ਧਾਰਿਆ। ਬਚਪਨ ਤੋਂ ਹੀ ਵੈਰਾਗ ਮੂਰਤ ਸਤਿਗੁਰੂ ਜੀ ਜਿਸ ਵੇਲੇ ਅਵਤਾਰ ਧਾਰਿਆ, ਮਾਤਾ ਗੰਗਾ ਜੀ ਸਾਹਿਬਜ਼ਾਦਾ ਜੀ ਨੂੰ ਸਤਿਗੁਰਾਂ ਦੇ ਪਾਸ ਲੈ ਕੇ ਆਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ। ਸਤਿਗੁਰੂ ਜੀ ਨੇ ਬੜਾ ਸਤਿਕਾਰ ਕੀਤਾ ਔਰ ਬਹੁਤ ਹੀ ਬਖਸ਼ਿਸ਼ ਭਰੇ ਬਚਨ ਕੀਤੇ। ਨਾਲ ਤੇਗ ਆਪਣੇ ਮੁਖਾਰਬਿੰਦ ਤੋਂ ਸਤਿਗੁਰੂ ਜੀ ਨੇ ਨਾਮ ਕਰਨ ਬਖਸ਼ਿਸ਼ ਕੀਤਾ। ਤੇਗ ਬਹਾਦਰ, ਇਹ ਤੇਗ ਦੇ ਜੌਹਰ ਵਿਖਾਉਣਗੇ, ਇਹ ਬਹਾਦਰੀ ਵਿਖਾਉਣਗੇ, ਇਹ ਕਿਸੇ ਜ਼ੁਲਮ ਤੋਂ ਘਬਰਾਉਣਗੇ ਨਹੀਂ ਔਰ ਸ਼ਰਨ ਪਿਆਂ ਦੀ ਲਾਜ ਰੱਖਣਗੇ। ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਜੀ ਦੇ 5 ਸਾਹਿਬਜ਼ਾਦੇ ਔਰ ਇੱਕ ਸਪੁੱਤਰੀ ਬੀਬੀ ਵੀਰੋ ਜੀ ਸਨ। ਪਰ ਸਾਰਿਆਂ ਨਾਲੋਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਆਪਣੇ ਸਾਹਿਬਜ਼ਾਦਾ ਜੀ ਦਾ ਵਿਸ਼ੇਸ਼ ਸਤਿਕਾਰ ਕਰਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਗੁਰੂ ਕੇ ਪਿਆਰਿਓ ਬਚਪਨ ਤੋਂ ਹੀ ਵੈਰਾਗ ਮੂਰਤੀ, ਕਿਸੇ ਨਾਲ ਕੋਈ ਬਹੁਤਾ ਬੋਲਣਾ ਨਹੀਂ ਔਰ ਸਿਆ ਵਿੱਚ ਸਤਿਗੁਰੂ ਜੀ ਦੀ ਵਿੱਚ ਲੱਗੇ ਰਹਿਣਾ, ਆਪਣੇ ਧਿਆਨ ਵਿੱਚ ਜੁੜੇ ਰਹਿਣਾ, ਪਰਮੇਸ਼ਰ ਦੇ ਧਿਆਨ ਵਿੱਚ ਲੱਗੇ ਰਹਿਣਾ। ਸੋ ਜਿਸ ਵੇਲੇ ਗੁਰੂ ਕੇ ਪਿਆਰਿਓ ਕਰਤਾਰਪੁਰ ਸਾਹਿਬ ਜੀ ਦਾ ਜੰਗ ਹੋਇਆ, ਸੋ ਉਸ ਵੇਲੇ ਗਰੀਬ ਨਿਵਾਜ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ, ਜੋ ਨਿਮਕ ਹਰਾਮੀ ਪੈਂਦੇ ਖਾਂ ਚੜ੍ਹ ਕੇ ਆਇਆ ਸੀ, ਸਤਿਗੁਰੂ ਗਰੀਬ ਨਿਵਾਜ ਜੀ ਨੇ
ਉਹਦੀ ਸਾਰੀ ਫੌਜ ਸਮੇਤ ਤੇ ਉਸ ਦੇ ਸਰਦਾਰਾਂ ਦੇ ਖਪਾਈ ਉਸ ਵੇਲੇ ਗੁਰੂ ਕੇ ਪਿਆਰਿਓ ਅਜੇ ਬਾਲਕ ਅਵਸਥਾ ਵਿੱਚ ਹੀ ਸਨ ਸਤਿਗੁਰੂ ਤੇਗ ਬਹਾਦਰ ਸਾਹਿਬ। ਪਰ ਜਿੱਥੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਜੰਗ ਦੇ ਵਿੱਚ ਹਿੱਸਾ ਲਿਆ, ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਸ ਜੰਗ ਦੇ ਵਿੱਚ ਸੋ ਤੇਗ ਦੇ ਜੌਹਰ ਵਿਖਾਏ, ਜਿਸ ਨੂੰ ਵੇਖ ਕੇ ਮੀਰੀ ਪੀਰੀ ਦੇ ਮਾਲਕ ਬਹੁਤ ਪ੍ਰਸੰਨ ਹੋਏ। ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਸਮਾਂ ਲੰਘਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋ ਵਿਆਹ ਦਾ ਪ੍ਰਸੰਗ ਹੋਇਆ। ਸੋ ਕਰਤਾਰਪੁਰ ਸਾਹਿਬ ਦੇ ਰਹਿਣ ਵਾਲੇ ਭਾਈ ਲਾਲ ਚੰਦ ਜੀ ਦੀ ਜੋ ਸਪੁੱਤਰੀ ਗੁਜਰੀ ਜੀ ਸਨ, ਤਿੰਨਾਂ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 1699 ਬਿਕਰਮੀ ਸੰਮਤ ਨੂੰ ਆਨੰਦ ਕਾਰਜ ਹੋਇਆ। ਇਸੇ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਜੀ ਇਹ ਜੰਗ ਤੋਂ ਉਪਰੰਤ ਕਰਤਾਰਪੁਰ ਸਾਹਿਬ ਜੀ ਤੋਂ ਫਿਰ ਗੁਰੂ ਕੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਆ ਗਏ ਔਰ ਕੀਰਤਪੁਰ ਸਾਹਿਬ ਵਿਖੇ ਕਾਫੀ ਸਮਾਂ ਸਤਿਗੁਰੂ ਜੀ ਰਹੇ ਔਰ ਇੱਥੇ ਸਤਿਗੁਰਾਂ ਜੋਤੀ ਜੋਤ ਸਮਾਇਆ। ਮਾਤਾ ਨਾਨਕੀ ਜੀ ਦੇ ਬਚਨ ਕਰਨ ਤੋਂ, ਬੇਨਤੀ ਕਰਨ ਤੋਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹ ਬਚਨ ਕਹੇ ਕਿ ਅਸੀਂ ਹੁਣ ਜੋਤੀ ਜੋਤ ਸਮਾ ਜਾਣਾ, ਤੁਸੀਂ ਆਪਣੇ ਸਪੁੱਤਰ ਨੂੰ ਨਾਲ ਲੈ ਕੇ ਬਾਬਾ ਬਕਾਲਾ ਸਾਹਿਬ ਚਲੇ ਜਾਓ ਔਰ ਉੱਥੇ ਰਹਿਣਾ। ਇੱਕ ਰੁਮਾਲ ਬਖਸ਼ਿਸ਼ ਕੀਤਾ ਔਰ ਬਚਨ ਕਿਹਾ ਬਖਸ਼ਿਸ਼ ਦਾ ਕਿ ਇਹ ਗੁਰਗੱਦੀ ਤੁਹਾਡੇ ਸਪੁੱਤਰ ਨੂੰ ਪ੍ਰਾਪਤ ਹੋਵੇਗੀ ਅੱਗੇ ਜਾ ਕੇ। ਇਸੇ ਤਰ੍ਹਾਂ ਤੁਹਾਡੇ ਘਰ ਮਹਾਬਲੀ ਪੋਤਰਾ ਜਨਮ ਲਵੇਗਾ। ਗੁਰੂ ਕੇ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਾਫੀ ਸਮਾਂ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਜੋ ਸਤਿਗੁਰੂ ਜੀ ਦਾ ਨਾਨਕਾ ਨਗਰ ਸੀ ਇੱਥੇ ਰਹੇ। ਇੱਥੇ ਵੀ ਗੁਰੂ ਪਿਆਰਿਓ ਸਤਿਗੁਰੂ ਜੀ ਕਿਸੇ ਨਾਲ ਕੋਈ ਬਚਨ ਨਾ ਬਹੁਤਾ ਕਰਦੇ, ਨਾ ਹੱਸਦੇ ਖੇਡਦੇ। ਭੋਰੇ ਦੇ ਵਿੱਚ ਸਤਿਗੁਰੂ ਜੀ ਤਪੱਸਿਆ ਕਰੀ ਜਾਂਦੇ। 26 ਸਾਲ ਔਰ ਕੁਝ ਮਹੀਨੇ ਉੱਪਰ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਸ ਸਥਾਨ ਤੇ ਬੜੀ ਭਾਰੀ ਤਪੱਸਿਆ ਕੀਤੀ। ਧੰਨ ਗੁਰੂ ਹਰ ਰਾਏ ਸਾਹਿਬ ਜੀ ਜੋ ਗੁਰਗੱਦੀ ਦੇ ਮਾਲਕ ਸਨ, ਛੇਵੇਂ ਪਾਤਸ਼ਾਹ ਜੀ ਦੇ ਉੱਤਰਾਧਿਕਾਰੀ ਸਤਿਗੁਰੂ ਹਰ ਰਾਏ ਸਾਹਿਬ ਜੀ ਜਿਸ ਵੇਲੇ ਪ੍ਰਲੋਕ ਗਮਨ ਕਰਨ ਲੱਗੇ, ਜੋਤੀ ਜੋਤ ਸਮਾਉਣ ਲੱਗੇ, ਸਤਿਗੁਰੂ ਗਰੀਬ ਨਿਵਾਜ ਜੀ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸੋ ਜਿਸ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਚਾਹਿਆ ਪਰਮੇਸ਼ਰ ਦੇ ਭਾਣੇ ਵਿੱਚ, ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਸਾਰੇ ਸਤਿਗੁਰੂ
ਸੋ ਆਪਣੇ ਸਰੀਰ ਤਜਣ ਤੋਂ ਪਹਿਲਾਂ, ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਸੋ ਅਗਲੇ ਸਤਿਗੁਰਾਂ ਦੀ ਸ਼ਰਣੀ ਪਾ ਕੇ ਬਾਂਹ ਫੜਾ ਕੇ ਜਾਂਦੇ ਹਨ। ਆਪ ਜੀ ਸਾਨੂੰ ਕਿਹਨਾਂ ਦੇ ਲੜ ਲਾ ਕੇ ਚੱਲੇ ਹੋ? ਤਾਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਗੁਰੂ ਕੇ ਪਿਆਰਿਓ ਉੱਥੇ ਬਚਨ ਕੀਤਾ, ਬਾਬਾ ਬਸੇ ਬੀਚ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ, 5 ਪੈਸੇ ਤੇ ਨਾਰੀਅਲ ਧਿਆਨ ਧਰ ਕੇ ਸਤਿਗੁਰੂ ਜੀ ਨੇ ਉੱਥੋਂ ਹੀ ਅਰਪਣ ਕਰ ਦਿੱਤੇ, ਨਮਸਕਾਰ ਕਰ ਦਿੱਤੀ, ਜੋ ਗੁਰਗੱਦੀ ਦੀ ਰਸਮ ਹੈ। ਔਰ ਬਾਬਾ ਗੁਰਦਿੱਤਾ ਜੀ ਉਹ ਗੁਰਗੱਦੀ ਦੀ ਇਹ ਚਿੰਨ੍ਹ ਜਿਹੜੇ ਸੀ ਇਹ ਲੈ ਕੇ ਬਾਬਾ ਬਕਾਲਾ ਸਾਹਿਬ ਵਿਖੇ ਗਏ ਔਰ ਗੁਰਗੱਦੀ ਦਾ ਤਿਲਕ ਦਿੱਤਾ ਸਤਿਗੁਰੂ ਜੀ ਨੂੰ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਪਤ ਰਹਿਣਾ ਹੀ ਚਾਹਿਆ। ਸਤਿਗੁਰੂ ਜੀ ਦੀ ਮੌਜ ਸੀ, ਪਰਮੇਸ਼ਰ ਦਾ ਭਾਣਾ ਸੀ। ਜਦੋਂ ਸੰਗਤਾਂ ਦੇ ਵਿੱਚ ਇਹ ਸਾਰਿਆਂ ਨੂੰ ਪਤਾ ਲੱਗਾ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕੀਤੇ ਹਨ ਕਿ ਬਾਬਾ ਗੁਰੂ ਸਾਹਿਬ ਜੀ ਬਕਾਲੇ ਸਾਹਿਬ ਵਿੱਚ ਵਸ ਰਹੇ ਹਨ, ਤਾਂ ਉਸ ਵੇਲੇ ਬਹੁਤ ਸਾਰੀਆਂ ਸੰਗਤਾਂ ਸੋ ਬਕਾਲੇ ਨੂੰ ਦਰਸ਼ਨ ਕਰਨ ਤੁਰ ਪਈਆਂ। ਸੋਢੀਆਂ ਨੂੰ ਪਤਾ ਲੱਗਾ, ਉਹ ਗੁਰੂ ਬਣ ਕੇ ਬੈਠ ਗਏ। 22 ਮੰਜੀਆਂ ਲਾ ਕੇ ਉੱਥੇ ਵੱਖੋ ਵੱਖ ਕਿ ਮੈਂ ਸੱਚਾ ਗੁਰੂ ਹਾਂ, ਉਹ ਕਹੇ ਮੈਂ ਸੱਚਾ ਗੁਰੂ ਹਾਂ। ਉਹਨਾਂ ਨੇ ਆਪੋ ਆਪਣੇ ਏਜੰਟ ਵੀ ਰੱਖ ਲਏ। ਮਸੰਦ ਜਿਹੜੀਆਂ ਵੀ ਸੰਗਤਾਂ ਆਉਣ, ਘੇਰ ਘੇਰ ਕੇ ਆਪੋ ਆਪਣੇ ਗੁਰੂ ਕੋਲ ਲੈ ਕੇ ਜਾਣ। ਇਸ ਪ੍ਰਕਾਰ ਇਹ 22 ਮੰਜੀਆਂ ਵਾਲਿਆਂ ਨੇ ਬੜਾ ਭਾਰੀ ਸੰਗਤਾਂ ਨੂੰ ਭਰਮਾਇਆ। ਸਤਿਗੁਰੂ ਜੀ ਦੇ ਪ੍ਰਗਟ ਹੋਣ ਦਾ ਸਮਾਂ ਆਇਆ। ਗੁਰੂ ਕਾ ਸਿੱਖ ਜੋ ਵਪਾਰ ਕਰਦਾ ਸੀ, ਭਾਈ ਲੁਬਾਣਾ ਸਿੱਖ ਗੁਰੂ ਕੇ ਪਿਆਰਿਓ ਮੱਖਣ ਸ਼ਾਹ, ਭਾਈ ਮੱਖਣ ਸ਼ਾਹ ਦਾ ਬੇੜਾ ਜੋ ਸੀ ਜਹਾਜ਼ ਇੱਕ ਵਾਰ ਤੂਫਾਨ ਦੇ ਵਿੱਚ ਘਿਰ ਗਿਆ ਤੇ ਉਹ ਬਰੇਤੇ ਤੇ ਚੜ੍ਹ ਗਿਆ। ਸੋ ਟਾਪੂ ਦੇ ਉੱਪਰ ਬਰੇਤੇ ਤੇ ਚੜ੍ਹ ਗਿਆ। ਬੜਾ ਯਤਨ ਕੀਤਾ ਪਰ ਉਹ ਠੱਲਿਆ ਨਾ ਜਾਵੇ ਪਾਣੀ ਵਿੱਚ। ਸੋ ਕਾਫੀ ਦਿਨ ਲੱਗੇ ਰਹੇ, ਬੜੇ ਸੁਖਣਾ ਵੀ ਸੁਖੀਆਂ, ਬੜੇ ਤਰ੍ਹਾਂ ਦੇ ਨਾਲ ਯਤਨ ਕੀਤੇ, ਪਰ ਯਾਦ ਕੀਤਾ ਕਿ ਸਤਿਗੁਰੂ ਗਰੀਬ ਨਿਵਾਜ ਤੋਂ ਬਿਨਾਂ ਇਹ ਹੁਣ ਸਾਡਾ ਕੋਈ ਵੀ ਇਹ ਬੇੜਾ ਪਾਰ ਨਹੀਂ ਲਾ ਸਕਦਾ। ਇੱਕ ਸਾਰਿਆਂ ਦੀਆਂ ਓਟਾਂ ਛੱਡ ਕੇ ਇੱਕ ਸਤਿਗੁਰੂ ਜੀ ਦੀ ਓਟ ਗ੍ਰਹਿਣ ਕਰਨੀ ਚਾਹੀਦੀ ਇਸ ਕਾਰਜ ਵਾਸਤੇ ਵੀ। ਉਸ ਵੇਲੇ ਧੰਨ ਗਰੀਬ ਨਿਵਾਜ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਆਪ ਜੀ ਦੇ ਇਸ ਵੇਲੇ ਗੁਰਗੱਦੀ ਤੇ ਕਿਹੜੇ ਸਤਿਗੁਰੂ ਜੀ ਹਨ ਮੈਨੂੰ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਹੈ ਕਿ ਤੁਸੀਂ ਸੱਚੇ ਪਾਤਸ਼ਾਹ ਇੱਕੋ ਰੂਪ ਹੋ ਤੇ ਮੈਂ ਤੁਹਾਡੇ ਚਰਨਾਂ 'ਚ ਹਾਜ਼ਰ ਹਜ਼ੂਰ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ। ਇਹ ਮੇਰਾ ਬੇੜਾ ਕਿਰਪਾ ਕਰਕੇ ਜਿਹੜਾ ਰੇਤਾ 'ਤੇ ਚੜ੍ਹਿਆ ਹੈ, ਸੋ ਇਹਨੂੰ ਗਰੀਬ ਨਿਵਾਜ ਇਹਨੂੰ ਪਾਣੀ ਦੇ ਵਿੱਚ ਤਾਰ ਦਿਓ ਸੱਚੇ ਪਾਤਸ਼ਾਹ। ਅਰਦਾਸਾ ਸੋਧ ਕੇ ਸਿੱਖ ਨੇ ਬੜੇ ਭਰੋਸੇ ਨਾਲ ਫਿਰ ਆਪਣੇ ਆਦਮੀਆਂ ਨੂੰ, ਮਜ਼ਦੂਰਾਂ ਨੂੰ ਹੁਕਮ ਲਾਇਆ ਕਿ ਚਲੋ ਹੁਣ ਇੱਕ ਲਾਉਰ ਮਾਰੀਏ। ਜਦੋਂ ਹੀ ਸੋ ਅਰਦਾਸਾ ਕਰਨ ਤੋਂ
ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਇਹ ਯਤਨ ਕੀਤਾ ਤੇ ਉਸੇ ਵੇਲੇ ਬੇੜਾ ਜੋ ਸੀ ਪਾਣੀ ਦੇ ਵਿੱਚ ਠੱਲ ਗਿਆ। ਮਜ਼ਦੂਰ ਸਾਰੇ ਕਹਿਣ ਲੱਗੇ, ਵੇਖਿਆ ਅਸੀਂ ਹੁਣ ਇਸ ਤਰੀਕੇ ਨਾਲ ਜ਼ੋਰ ਲਾਇਆ ਸੀ, ਆਹ ਤਰੀਕਾ ਵਰਤਿਆ ਸੀ, ਤਾਂ ਭਾਈ ਇਹ ਬੇੜਾ ਠੱਲਿਆ। ਪਰ ਉਹ ਸ਼ਰਧਾ ਵਾਲਾ ਸਿੱਖ ਜਾਣਦਾ ਸੀ ਕਿ ਕਿਹੜੇ ਤਰੀਕੇ ਨਾਲ ਇਹ ਠੱਲਿਆ, ਸੋ ਚੁੱਪ ਰਿਹਾ। ਮਨ ਵਿੱਚ ਸ਼ਰਧਾ ਧਾਰੀ ਕਿ ਸਤਿਗੁਰਾਂ ਦੇ ਦਰਸ਼ਨ ਕਰਨੇ ਜਾ ਕੇ। ਪੰਜਾਬ ਆਇਆ, ਸੋ ਬਾਬਾ ਬਕਾਲਾ ਸਾਹਿਬ ਪਹੁੰਚਾ। ਬਕਾਲੇ ਨਗਰ ਦੇ ਵਿੱਚ ਜਦੋਂ ਇਹਨਾਂ ਸੋਢੀਆਂ ਨੂੰ 22 ਮੰਜੀਆਂ ਵਾਲਿਆਂ ਨੂੰ ਪਤਾ ਲੱਗਾ ਕਿ ਧਨੀ ਸਿੱਖ ਆਇਆ, ਕਾਫੀ ਮਾਇਆ ਪੇਟਾ ਕਰੇਗਾ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿਸੇ ਨੂੰ ਵੀ ਕਿ ਕਿੰਨੀ ਸੁਖਣਾ ਸੁਖੀ ਹੈ ਸਤਿਗੁਰਾਂ ਦੇ ਅੱਗੇ, ਜਾਂ ਕੀ ਪੇਟਾ ਲੈ ਕੇ ਆਇਆ। ਉਸ ਸਮੇਂ ਸਾਰੇ ਆਪੋ ਆਪਣੇ ਮਸੰਦਾਂ ਨੂੰ ਭੇਜ ਕੇ ਕਹਿਣ ਲੱਗੇ ਕਿ ਆਹ ਸਾਡਾ ਸੱਚਾ ਗੁਰੂ ਹੈ, ਸਾਡਾ ਗੁਰੂ ਹੀ ਸੱਚਾ ਹੈ, ਬਾਕੀ ਤੇ ਐਵੇਂ ਬੈਠੇ ਆ। ਬੜਾ ਇਹ ਭਰਮ ਦੇ ਵਿੱਚ ਪੈ ਗਿਆ ਕਿ ਕਿਹੜੇ ਗੁਰੂ ਆ, ਸੱਚੇ ਕਿਹੜੇ ਇਹਨਾਂ ਵਿੱਚੋਂ। ਵਿਉਂਤ ਸੋਚ ਕੇ ਕਿ ਹੁਣ ਸੱਚੇ ਗੁਰੂ ਦੀ ਭਾਲ ਕਰਨੀ ਹੈ, ਉਸ ਸਮੇਂ 2-2 ਮੋਹਰਾਂ ਜਾਂ 5-5 ਮੋਹਰਾਂ ਇਹ ਰੱਖ ਕਰਕੇ ਤੇ ਮੱਥਾ ਟੇਕੀ ਗਿਆ। ਸਾਰੇ ਬੜੇ ਖੁਸ਼ ਹੋਏ ਕਿ ਮੋਹਰਾਂ ਰੁਪਈਆਂ, ਔਰ ਇਹ ਤਾਂ ਸ਼ਾਇਦ ਸਵਾਇਆ ਹੀ, ਅਜੇ ਇਹਨੇ ਭੇਟਾ ਕੀਤੀ, ਹੋਰ ਕਾਫੀ ਕਰੇਗਾ। ਬੜੇ ਬੜੇ ਕੀਮਤੀ ਸਰੂਪ ਪਾਓ ਦਿੱਤੇ। ਸੋ ਸਾਰੇ ਬੜੇ ਖੁਸ਼ ਹੋਏ ਕਿ ਧੰਨਵਾਨ ਸਿੱਖ ਸਾਡਾ ਸਿੱਖ ਬਣਿਆ। ਪਰ ਉਹ ਸਿੱਖ ਭਾਈ ਮੱਖਣ ਸ਼ਾਹ ਲੁਬਾਣੇ ਦੀ ਇਹਨਾਂ ਤੋਂ ਤਸੱਲੀ ਨਾ ਹੋਈ, ਉਹਦੀ ਸ਼ਰਧਾ ਨਾ ਪੂਰੀ ਹੋਈ। ਮਨ ਵਿੱਚ ਉਹਨੇ ਧਾਰਿਆ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਮੈਂ ਆਪਣੀ ਜੋ ਸੁਖਣਾ ਹੈ ਆਪ ਮੰਗ ਕੇ ਲਓ। ਜੋ ਮੈਂ ਬੇੜਾ ਪਾਰ ਲਾਉਣ ਵੇਲੇ ਅਰਦਾਸ ਵਿੱਚ ਸੁਖਣਾ ਸੁਖੀ ਸੀ 500 ਮੋਹਰ ਦੀ, ਤੇ ਸਮੇਂ ਗੁਰੂ ਕੇ ਪਿਆਰਿਓ ਇਹ 22 ਮੰਜੀਆਂ ਵਾਲੇ ਤੇ ਖੁਸ਼ ਆ, ਪਰ ਸਿੱਖ ਬੜਾ ਉਦਾਸ ਹੈ ਕਿ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋਏ। ਸੰਗਤਾਂ ਨੂੰ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਸੋਢੀ ਹੈ। ਸੰਗਤਾਂ ਦੱਸਿਆ, ਸਿੱਖਾਂ ਨੇ ਦੱਸਿਆ ਕਿ ਤੇਗ ਬਹਾਦਰ ਸਾਹਿਬ ਹਨ, ਗੁਰੂ 6ਵੇਂ ਪਾਤਸ਼ਾਹ ਜੀ ਦੇ ਸਪੁੱਤਰ, ਪਰ ਉਹ ਕਿਸੇ ਨੂੰ ਮਿਲਦੇ ਨਹੀਂ ਬਹੁਤਾ, ਆਪਣੇ ਘਰ 'ਚ ਹੀ ਬਹੁਤਾ ਰਹਿੰਦੇ ਆ, ਭੂਰੇ ਦੇ ਵਿੱਚ ਕਿਸੇ ਨਾਲ ਗੱਲਬਾਤ ਨਹੀਂ ਕਰਦੇ। ਇਹਨੇ ਮਨ ਵਿੱਚ ਵਿਚਾਰਿਆ ਕਿ ਸਤਿਗੁਰੂ ਉਹਨਾਂ ਦੇ ਦਰਸ਼ਨ ਕਰਦੇ ਆ। ਉਸੇ ਤਰ੍ਹਾਂ ਹੀ ਭਾਈ ਮੱਖਣ ਸ਼ਾਹ ਲੁਬਾਣਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਪੁੱਜਾ। ਮੋਹਰਾਂ ਰੱਖ ਕੇ 5 ਮੋਹਰਾਂ ਰੱਖ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ, ਔਰ ਮਨ 'ਚ ਅਰਦਾਸਾਂ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਹੀ ਮੈਨੂੰ ਦਰਸ਼ਨ ਦਿਓ, ਆਪ ਹੀ ਪ੍ਰਗਟ ਹੋਵੋ, ਮੈਂ ਨਹੀਂ ਆਪ ਜੀ ਦੀ ਭਾਲ ਕਰ ਸਕਦਾ, ਆਪ ਹੀ ਕਿਰਪਾ ਕਰਕੇ ਦਰਸ਼ਨ ਦਿਓ। ਅੰਤਰਜਾਮੀ ਸਤਿਗੁਰੂ ਜੀ ਨੇ ਸਿੱਖ ਦੀ ਹਾਲਤ ਨੂੰ ਵੇਖ ਕੇ ਕਿ ਜੇ ਹੁਣ ਅਸੀਂ ਪ੍ਰਗਟ ਨਾ ਹੋਏ ਤਾਂ ਨਿਸ਼ਚਾ ਨਾ ਡੋਲ ਜਾਏ, ਸਤਿਗੁਰੂ ਜੀ ਨੇ ਵਚਨ ਕੀਤੇ ਕਿ ਸਿੱਖਾ, ਗੁਰੂ ਘਰ ਨੂੰ ਕੋਈ ਮਾਇਆ ਦਾ ਲਾਲਚ ਨਹੀਂ,
ਪਰ ਸਿੱਖ ਨੂੰ ਵੀ ਚਾਹੀਦਾ ਹੈ ਕਿ ਜੋ ਅਰਦਾਸ ਕੀਤੀ ਹੈ, ਸੁਖਣਾ ਸੁਖੀ ਹੈ, ਉਹ ਪੂਰੀ ਕਰਨੀ ਚਾਹੀਦੀ ਹੈ। ਜਦੋਂ ਕੋਈ ਔਕੜ ਆ ਪਈ ਉਦੋਂ ਤਾਂ ਸੁਖਣਾ ਸੁਖ ਲਈ ਕਿ ਮੈਂ ਪਾਠ ਵੀ ਆਪ ਸੁਭਾਅ ਹੁੰਦਾ ਕਿ ਮੈਂ ਪਾਠ ਕਰਾਵਾਂਗਾ, ਆਹ ਸੇਵਾ ਕਰਾਂਗਾ, ਉਹ ਸੇਵਾ ਕਰਾਂਗਾ। ਸਮਾਂ ਲੰਘ ਗਿਆ, ਔਖਾ ਸਮਾਂ ਬੀਤ ਗਿਆ, ਚੇਤਾ ਭੁਲਾ ਲੈਂਦੇ ਆ। ਉਸ ਸਮੇਂ ਧੰਨ ਗਰੀਬ ਨਿਵਾਜ ਜੀ ਨੇ ਇਹ ਬਚਨ ਜਦੋਂ ਕੀਤਾ ਕਿ ਸਿੱਖਾ, ਉਸ ਸਮੇਂ ਤੂੰ ਕੀ ਸੁਖਣਾ ਦੇ ਵਿੱਚ ਕਿਹਾ ਸੀ 500 ਮੋਹਰ, ਤੇ ਅੱਜ ਕੀ ਭੇਟਾ ਕਰ ਰਿਹਾ। ਧੰਨ ਗਰੀਬ ਨਿਵਾਜ ਜੀ ਦੇ ਚਰਨੀ ਫੇਰ ਟਹਿ ਪਿਆ। ਪ੍ਰੇਮ ਦੇ ਜਲ ਦੇ ਨਾਲ ਸਤਿਗੁਰੂ ਜੀ ਦੇ ਚਰਨ ਜਿਹੜੇ ਸੀ, ਆਪਣੀਆਂ ਅੱਖਾਂ ਚੋਂ ਪ੍ਰੇਮ ਜਲ ਵਹਾ ਕੇ ਸਤਿਗੁਰਾਂ ਦੇ ਚਰਨ ਧੋਤੇ। ਔਰ ਹਿਰਦੇ 'ਚ ਇੰਨਾ ਆਨੰਦ ਆਇਆ ਕਿ ਉਹ ਸਮਾਇਆ ਨਹੀਂ। ਇੰਨਾ ਹਿਰਦਾ ਜਿਹੜਾ ਇਹ ਉਦਾਸ ਹਿਰਦਾ ਇੱਕਦਮ ਲਬਾ ਲਬ ਇਹ ਖਾਲੀ ਤਲਾਬ ਮੰਨ ਲਓ ਭਰ ਗਿਆ, ਉਛਾਲੇ ਮਾਰਨ ਲੱਗ ਪਿਆ। ਉਹ ਸਮਾਇਆ ਨਾ। ਗੁਰ ਲਾਧੋ ਰੇ, ਗੁਰ ਲਾਧੋ ਰੇ। ਸਤਿਗੁਰਾਂ ਤੋਂ ਚਰਨਾਂ ਤੋਂ ਸਤਿਗੁਰੂ ਜੀ ਦੇ ਨਮਸਕਾਰ ਕਰਕੇ ਤੇ ਬਾਹਰ ਨੂੰ ਭੱਜ ਉੱਠਿਆ। ਸਤਿਗੁਰਾਂ ਕਿਹਾ ਸਿੱਖਾ, ਸਾਨੂੰ ਰਹਿਣ ਦੇ ਇਸੇ ਤਰ੍ਹਾਂ ਹੀ, ਪ੍ਰਗਟ ਨਾ ਕਰ। ਜੇ ਕਰੇਗਾ ਤੇ ਤੇਰਾ ਪ੍ਰਲੋਕ 'ਚ ਮੂੰਹ ਕਾਲਾ ਕਰਾਂਗੇ। ਉਸੇ ਵੇਲੇ ਗਿਆ, ਕਿਉਂਕਿ ਗੁਰੂ ਕਾ ਬਚਨ ਵੀ ਪੂਰਾ ਕਰਨਾ। ਸੋ ਕਾਲਖ ਮੂੰਹ ਤੇ ਲਾਇਆ ਤਵੇ ਤੋਂ, ਔਰ ਕਹਿਣ ਲੱਗਾ ਮਹਾਰਾਜ, ਇਹ ਮੈਂ ਆਪ ਜੀ ਦਾ ਬਚਨ ਹੁਣੇ ਹੀ ਮੰਨ ਲਿਆ, ਪਰ ਕਿਰਪਾ ਕਰੋ। ਸੰਗਤ ਬਹੁਤ ਬੇਹਬਲ ਹੈ, ਬਹੁਤ ਵਿਚਾਰੇ ਦੁਖੀ ਹੋ ਰਹੇ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ। ਪਖੰਡੀ ਇਹ ਭਰਮ ਵਿੱਚ ਪਾ ਰਹੇ ਆ ਸੰਗਤਾਂ ਨੂੰ। ਸੰਗਤਾਂ ਵਿਚਾਰੀਆਂ ਸੱਚੇ ਗੁਰੂ ਤੋਂ ਬਿਨਾਂ ਬੜੀ ਦੁਖੀ ਹਾਲਤ ਵਿੱਚ ਆ ਸਾਰੇ। ਮਹਾਰਾਜ ਆਪ ਜੀ ਕਿਰਪਾ ਕਰਕੇ ਦਿਓ ਦਰਸ਼ਨ, ਪ੍ਰਗਟ ਹੋਵੋ। ਬੇਨਤੀਆਂ ਕਰਕੇ ਇਸ ਪ੍ਰਕਾਰ ਚੜ੍ਹ ਗਿਆ ਕੋਠੇ ਤੇ, ਔਰ ਉੱਚੀ ਉੱਚੀ ਸਾਰਿਆਂ ਵਿੱਚ ਇਹ ਆਵਾਜ਼ ਦੇ ਦਿੱਤੀ, ਗੁਰ ਲਾਧੋ ਰੇ, ਗੁਰ ਲਾਧੋ ਰੇ, ਕਿ ਸੱਚੇ ਸਤਿਗੁਰੂ ਜੀ ਲੱਭ ਪਏ ਹਨ। ਇਹ ਸੁਣ ਕਰਕੇ ਸਾਰੀਆਂ ਸੰਗਤਾਂ ਸੋ ਬਹੁਤ ਭਾਰੀ ਗਿਣਤੀ ਵਿੱਚ ਇਕੱਤਰ ਹੋ ਗਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਸੋ ਧੰਨ ਗਰੀਬ ਨਿਵਾਜ ਜੀ ਨੇ ਜਿੱਥੇ ਗੁਰਦੁਆਰਾ ਭੋਰਾ ਸਾਹਿਬ ਦੇ ਪਾਸ ਅਸਥਾਨ ਹੈ ਸਤਿਗੁਰੂ ਜੀ ਦਾ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਹੋ ਕਰਕੇ ਸਿੰਘਾਸਨ ਤੇ ਬਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿੱਤੇ। ਸੋ ਸਾਰੀਆਂ ਸੰਗਤਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਗੁਰੂ ਪਿਆਰਿਓ, ਸਮਾਂ ਬੀਤਿਆ, ਵਿਰੋਧੀਆਂ ਨੇ ਈਰਖਾ ਕੀਤੀ। ਧੀਰਮਲ ਨੇ ਆਪਣੇ ਸੀਹੇ ਮਸੰਦ ਰਾਹੀਂ ਸਤਿਗੁਰਾਂ ਤੇ ਗੋਲੀ ਵੀ ਚਲਾਈ, ਔਰ ਜੋ ਭੇਟਾਵਾਂ ਅਰਪਣ ਹੋਈਆਂ ਸੀ ਸਾਰੀਆਂ ਇਹ ਲੁੱਟ ਕੇ ਲੈ ਗਏ। ਧੰਨ ਗਰੀਬ ਨਿਵਾਜ ਜੀ ਨੇ ਭਲੋ ਧੀਰਮਲ ਭਰੋ ਰੇ, ਇਹ ਮੁਖ ਤੋਂ ਬਚਨ ਕਹੇ, ਕੋਈ ਬਚਨ ਨਾ ਹੋਰ ਕਿਹਾ। ਔਰ ਖਿਮਾ ਧਾਰੀ ਰੱਖੀ। ਮਾਤਾ ਜੀ ਦੇ ਪੁੱਛਣ ਤੋਂ
ਸਤਿਗੁਰੂ ਜੀ ਨੇ ਬਚਨ ਕੀਤੇ, ਮਾਈ ਮੈਂ ਪਾਇਓ ਧਨ, ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਬਿਸਰਾਮ, ਮਾਇਆ ਮਮਤਾ ਤਨ ਤੇ ਨਾਠੀ, ਰਤਨ ਨਾਮ ਜਬ ਪਾਇਆ, ਜਨਮ ਜਨਮ ਕਾ ਸੰਸਾ ਚੁਕਾ, ਨਿਜ ਸੁਖ ਮਾਹੀ ਸਮਾਇਆ। ਇਹ ਬਚਨ ਸਤਿਗੁਰੂ ਜੀ ਨੇ ਉਚਾਰੇ ਕਿ ਮਾਤਾ ਜੀ, ਸਾਡੇ ਮਨ ਵਿੱਚ ਤਿਲ ਮਾਤਰ ਵੀ ਇਹਨਾਂ ਪਦਾਰਥਾਂ ਦੀ ਤ੍ਰਿਸ਼ਨਾ ਨਹੀਂ। ਅਸੀਂ ਵਾਹਿਗੁਰੂ ਦੇ ਨਾਮ ਦਾ ਧਨ ਪ੍ਰਾਪਤ ਕੀਤਾ ਹੈ। ਇਹ ਝੂਠੇ ਪਦਾਰਥਾਂ ਦੀ ਸਾਡੇ ਮਨ ਵਿੱਚ ਤ੍ਰਿਸ਼ਨਾ ਨਹੀਂ। ਮਾਇਆ ਦੀ ਮਮਤਾ ਮੇਰ ਨਹੀਂ ਸਾਨੂੰ। ਇਹ ਮਨ ਸਾਡਾ ਨਿਜ ਸੁਖ ਵਿੱਚ ਆਤਮ ਤ੍ਰਿਪਤੀ ਕਰਕੇ ਤ੍ਰਿਪਤ ਹੋਇਆ ਹੈ। ਇਹ ਸਾਰੇ ਜਨਮਾਂ ਦੇ ਵਿੱਚ ਜੀਵ ਜੋ ਸੰਸਿਆ ਵਿੱਚ ਪਿਆ ਰਹਿੰਦਾ, ਉਹ ਤੇ ਸਾਡਾ ਚੁੱਕਿਆ ਹੋਇਆ ਹੈ। ਜਨਮ ਜਨਮ ਕੋ ਸੰਸਾ ਚੁੱਕਾ। ਆਪਣੇ ਸਰੂਪ ਦੇ ਵਿੱਚ ਮਨ ਆਪ ਟਿਕਿਆ। ਸਾਨੂੰ ਕੋਈ ਇੱਥੇ ਦੁੱਖ ਨਹੀਂ, ਭੁੱਖ ਨਹੀਂ, ਕੋਈ ਤ੍ਰਿਸ਼ਨਾ ਨਹੀਂ। ਮਾਤਾ ਜੀ, ਤੁਸੀਂ ਇਹਨਾਂ ਪਦਾਰਥਾਂ ਦਾ ਖਿਆਲ ਨਾ ਕਰੋ। ਕੋਈ ਨਹੀਂ, ਜਿਨ੍ਹਾਂ ਨੂੰ ਲੋੜ ਉਹਨਾਂ ਨੂੰ ਮਿਲ ਗਏ, ਲੈ ਗਏ ਤੇ ਫਿਰ ਕੋਈ ਗੱਲ ਨਹੀਂ। ਸੋ ਮੱਖਣ ਸ਼ਾਹ ਲੁਬਾਣੇ ਨੂੰ ਪਤਾ ਲੱਗਾ 500 ਸਿਪਾਹੀ ਸਨ ਨਾਲ। ਉਸ ਵੇਲੇ ਗਿਆ ਧੀਰਮਲ ਦੇ ਡੇਰੇ ਔਰ ਸ਼ੀਹੇ ਮਸੰਦ ਸਮੇਤ ਸਾਰਿਆਂ ਨੂੰ ਸਜ਼ਾ ਦੇ ਕੇ ਧੀਰਮਲ ਨੂੰ ਵੀ ਤਾੜਨਾ ਕੀਤੀ ਔਰ ਸਾਰਾ ਜੋ ਸਾਜੋ ਸਮਾਨ ਸੀ ਵਾਪਸ ਲੈਣ ਦਾ, ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜੋ ਪੰਚਮ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਜੋ ਲਿਖਵਾਏ ਸਨ, ਉਹ ਵੀ ਨਾਲ ਲੈ ਆਂਦੇ। ਇਸ ਤਰ੍ਹਾਂ ਸਤਿਗੁਰੂ ਜੀ ਦੇ ਪਾਸ ਆਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਖਿਮਾ ਔਰ ਵਿਰਾਗ ਦੀ ਮੂਰਤ ਸਤਿਗੁਰੂ ਜੀ ਨੇ ਇਹਨਾਂ ਨੂੰ ਖਿਮਾ ਕਰਦਿਆਂ ਮੱਖਣ ਸ਼ਾਹ ਨੂੰ ਬਚਨ ਕੀਤਾ ਕਿ ਸਾਰੇ ਪਦਾਰਥ ਇਹਨਾਂ ਨੂੰ ਵਾਪਸ ਕਰ ਦਿਓ, ਇਹਨਾਂ ਦੇ ਡੇਰੇ ਪਹੁੰਚਾ ਦਿਓ। ਇੱਥੋਂ ਸਮਾਂ ਪਾ ਕੇ ਸਤਿਗੁਰੂ ਜੀ ਪੂਰਬ ਦੇਸ਼ ਵੱਲ ਨੂੰ ਗਏ। ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕੀਤੇ, ਕਰਨ ਵਾਸਤੇ ਪਹੁੰਚੇ। ਮਸੰਦਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਹਨ। ਉਹਨਾਂ ਸੋਚਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਤੇ ਇੱਥੇ ਕਬਜ਼ਾ ਨਾ ਕਰ ਲੈਣ, ਸਾਡੀ ਰੋਜੀ ਰੋਟੀ ਜਾਂਦੀ ਰਹੂਗੀ। ਦਰਵਾਜ਼ੇ ਬੰਦ ਕਰ ਲਏ, ਡਿਓੜੀ ਦਾ ਦਰਵਾਜ਼ਾ ਬੰਦ ਕਰਤਾ। ਸਤਿਗੁਰੂ ਜੀ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ, ਜਿੱਥੇ ਗੁਰਦੁਆਰਾ ਥੜਾ ਸਾਹਿਬ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ, ਉਸ ਸਥਾਨ 'ਤੇ ਸਤਿਗੁਰੂ ਕੁਝ ਸਮਾਂ ਟਿਕੇ ਔਰ ਬਚਨ ਕੀਤਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਕੇ ਅੰਦਰ ਸੜੀਏ। ਤੁਸੀਂ ਮਸੰਦ ਅੰਮ੍ਰਿਤਸਰ ਦੇ ਨਹੀਂ, ਤੁਸੀਂ ਤਾਂ ਅੰਮ੍ਰਿਤਸਰੀਏ ਮਸੰਦ ਤ੍ਰਿਸ਼ਨਾ ਅਗਨ ਨਾਲ ਸੜੇ ਹੋਏ ਹੋ। ਇੱਥੋਂ ਸਤਿਗੁਰੂ ਜੀ ਵੱਲੇ ਨਗਰ ਨੂੰ ਗਏ। ਸੰਗਤਾਂ ਨੂੰ ਪਤਾ ਲੱਗਾ, ਇੱਥੋਂ ਦੀਆਂ ਮਾਝਾਂ ਨੂੰ, ਸੰਗਤਾਂ ਨੂੰ, ਔਰ ਪ੍ਰੇਮ ਭਰੇ ਮਨ ਨਾਲ ਗੁਰੂ ਕੀਆਂ ਸੰਗਤਾਂ, ਮਾਝਾਂ ਖਾਸ ਕਰਕੇ ਉੱਥੇ ਪਹੁੰਚੀਆਂ, ਜਿੱਥੇ ਵੱਲੇ ਨਗਰ ਵਿੱਚ ਸਤਿਗੁਰੂ ਜੀ ਦੀ ਯਾਦ ਵਿੱਚ ਸਥਾਨ ਹੈ। ਸਤਿਗੁਰੂ ਜੀ ਨੂੰ ਭੇਟਾਵਾਂ ਅਰਪਣ ਕੀਤੀਆਂ, ਨਮਸਕਾਰ ਕੀਤੀ ਔਰ ਮੁਆਫੀ ਮੰਗੀ। ਧੰਨ ਗਰੀਬ ਨਿਵਾਜ ਜੀ ਨੇ ਬਚਨ ਕੀਤੇ, ਮਾਈਆਂ ਰੱਬ ਰਜਾਈਆਂ,
ਕਿ ਇਹ ਮਾਈਆਂ ਰੱਬ ਦੀ ਰਜ਼ਾ 'ਚ ਰਹਿਣ ਵਾਲੀਆਂ ਔਰ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲੀਆਂ ਗੁਰੂ ਪਰਮੇਸ਼ਰ ਨਾਲ ਖੁਸ਼ੇ ਬਖਸ਼ਿਸ਼ ਕੀਤੇ। ਕਹਿਣ ਤੋਂ ਭਾਵ ਸੰਗਤਾਂ ਨੂੰ ਸਤਿਗੁਰੂ ਜੀ ਨੇ ਧੰਨ ਗਰੀਬ ਨਵਾਜ ਬਾਬਾ ਬਕਾਲਾ ਸਾਹਿਬ ਵਿਖੇ ਆਏ। ਇੱਥੋਂ ਸਤਿਗੁਰੂ ਜੀ ਨੇ ਪੂਰਬ ਦੇਸ਼ ਵੱਲ ਨੂੰ ਚਾਲੇ ਪਾਏ। ਜੋ ਆ ਮਾਲਵੇ ਦੇ ਵਿੱਚ ਸਤਿਗੁਰੂ ਜੀ ਜਿਸ ਪਾਸੇ ਨੂੰ ਵਿਚਰੇ, ਸਾਰੇ ਸਥਾਨਾਂ 'ਤੇ ਸਤਿਗੁਰੂ ਜੀ ਦੀਆਂ ਯਾਦਗਾਰਾਂ ਹਨ। ਸੋ ਗੁਰੂ ਕੇ ਪਿਆਰਿਓ, ਪੂਰਬ ਦੇਸ਼ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਕਾਫੀ ਸਮਾਂ ਬਤੀਤ ਕੀਤਾ। ਪਰਿਵਾਰ ਉੱਥੇ ਰਿਹਾ। ਸਤਿਗੁਰੂ ਜੀ ਅਸਾਮ ਨਗਰ ਵਿੱਚ ਦੇਸ਼ ਵਿੱਚ ਗਏ। ਉੱਥੇ ਸਿੱਖੀ ਦਾ ਪ੍ਰਚਾਰ ਕੀਤਾ। ਸਮਾਂ ਪਾ ਕੇ ਸਤਿਗੁਰੂ ਗਰੀਬ ਨਵਾਜ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਆਏ। ਇੱਥੇ ਆ ਕੇ ਨਗਰ ਵਸਾਇਆ। ਕਹਿਲੂਰ ਦੇ ਰਾਜੇ ਦੇ ਪਾਸੋਂ ਉਹਦੀ ਵਿਧਵਾ ਰਾਣੀ ਦੇ ਪਾਸੋਂ ਇਹ ਜ਼ਮੀਨ ਮੁੱਲ ਲੈ ਕੇ ਸਤਿਗੁਰੂ ਗਰੀਬ ਨਵਾਜ ਜੀ ਨੇ 5 ਕੋਹ ਦੀ ਜ਼ਮੀਨ ਮੁੱਲ ਲੈ ਕੇ ਇੱਥੇ ਸਤਿਗੁਰੂ ਜੀ ਨੇ ਨਗਰ ਵਸਾਉਣਾ ਸ਼ੁਰੂ ਕੀਤਾ। ਔਰ ਆਪਣੇ ਪਰਿਵਾਰ ਨੂੰ ਵੀ ਸਤਿਗੁਰਾਂ ਬੁਲਾ ਲਿਆ। ਸਾਹਿਬਜ਼ਾਦਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਮਾਮਾ ਕਿਰਪਾਲ ਚੰਦ ਔਰ ਮਾਤਾ ਗੁਜਰ ਕੌਰ, ਇਸੇ ਤਰ੍ਹਾਂ ਬਿਰਧ ਮਾਤਾ, ਦਾਦੀ ਮਾਤਾ, ਮਾਤਾ ਨਾਨਕੀ ਜੀ ਦੇ ਸਮੇਤ ਸੰਗਤਾਂ ਦੇ ਪਟਨਾ ਸਾਹਿਬ ਜੀ ਤੋਂ ਚਾਲੇ ਪਾ ਕੇ ਸਤਿਗੁਰੂ ਜੀ ਪੰਜਾਬ ਪਹੁੰਚੇ। ਗੁਰੂ ਪਿਆਰਿਓ, ਇੱਥੇ ਰਹਿੰਦਿਆਂ ਸੋ ਉਸ ਸਮੇਂ ਦੀ ਇਹ ਹਾਲਤ ਸੀ। ਔਰੰਗਜ਼ੇਬ ਬੜੇ ਭਾਰੀ ਆਪਣੀ ਪ੍ਰਜਾ 'ਤੇ ਅਤਿਆਚਾਰ ਕਰ ਰਿਹਾ ਸੀ, ਖਾਸ ਕਰਕੇ ਹਿੰਦੂ ਕੌਮ ਦੇ ਉੱਪਰ। ਹਿੰਦੂ ਧਰਮ ਦੇ ਜਿੰਨੇ ਵੀ ਲੋਕ ਸਨ ਉਹਨਾਂ ਦੇ ਉੱਪਰ। ਔਰ ਕਹਿੰਦੇ ਇਹਨੇ ਆਪਣੀ ਸਭਾ 'ਚ ਕਾਫੀ ਵਿਦਵਾਨ ਰੱਖੇ ਸਨ। 1400 ਵਿਦਵਾਨ ਸੀ ਔਰ ਇਹਨਾਂ ਵਿੱਚ ਹਿੰਦੂ ਵਿਦਵਾਨ ਵੀ ਸਨ। ਔਰ ਹਿੰਦੂਆਂ ਦੇ ਧਰਮ ਗ੍ਰੰਥਾਂ 'ਚ ਕੀ ਲਿਖਿਆ ਹੈ ਜਾਣਕਾਰੀ ਪ੍ਰਾਪਤ ਕਰਦਾ ਸੀ। ਹਿੰਦੂ ਧਰਮ ਦੀ ਇਹ ਗੀਤਾ ਦਾ ਪਾਠ ਜੋ ਕਥਾ ਇਹ ਸਰਵਣ ਕਰ ਰਿਹਾ ਸੀ, ਸੁਣ ਰਿਹਾ ਸੀ, ਉਸ ਵਿੱਚ ਸਲੋਕ 2 ਸਲੋਕ ਆਉਂਦੇ ਆ। ਜਿਸ ਇੱਕ ਸਲੋਕ ਦਾ ਤਾਤਪਰਜ ਹੈ, ਅਰਥ ਹਨ ਕਿ ਮਨੁੱਖ ਨੂੰ ਆਪਣਾ ਧਰਮ ਜਿਹੜਾ ਉਹੀ ਕਲਿਆਣਕਾਰੀ ਹੈ, ਭਾਵੇਂ ਉਹ 'ਚ ਨਿਊਨਤਾ ਵੀ ਕਿਉਂ ਨਾ ਹੋਵੇ। ਆਪਣੇ ਧਰਮ ਵਿੱਚ ਜਿਹਨੇ ਸਰੀਰ ਛੱਡਿਆ ਹੈ, ਮਰਿਆ ਹੈ, ਉਹ ਮੁਕਤ ਨੂੰ ਪ੍ਰਾਪਤ ਹੋਵੇਗਾ। ਔਰ ਦੂਜੇ ਸ਼ਲੋਕ ਇਸ ਤਰ੍ਹਾਂ ਲਿਖਿਆ ਹੈ ਕਿ ਜਿਹੜਾ ਦੂਜਾ ਧਰਮ ਧਾਰਨ ਕਰਨਾ, ਉਹਦੇ ਵਿੱਚ ਸਰੀਰ ਛੱਡਿਆ ਅਧੋਗਤੀ ਨੂੰ ਜਾਵੇਗਾ, ਭਾਵੇਂ ਉਹ ਚੰਗਾ ਵੀ ਕਿਉਂ ਨਾ ਹੋਵੇ। ਇਸ ਕਰਕੇ ਆਪਣੇ ਧਰਮ ਦਾ ਹੀ ਪ੍ਰਚਾਰ ਕਰਨਾ ਚਾਹੀਦਾ, ਇਹਦਾ ਹੀ ਪ੍ਰਸਾਰ ਕਰਨਾ ਚਾਹੀਦਾ। ਇਹ ਸੁਣ ਕੇ ਕਹਿੰਦੇ ਉਹਨੇ ਸੋਚਿਆ ਕਿ ਹੁਣ ਤਾਂ ਕ੍ਰਿਸ਼ਨ ਜੀ ਨੇ ਵੀ ਮੈਨੂੰ ਆਗਿਆ ਦੇ ਦਿੱਤੀ ਆ, ਮੈਂ ਆਪਣੇ ਧਰਮ ਦਾ ਹੋਰ ਪ੍ਰਚਾਰ ਕਰਾਂਗਾ, ਸਾਰਿਆਂ ਨੂੰ ਮੁਸਲਮਾਨ ਹੀ ਬਣਾ ਲਾਂਗਾ। ਔਰ ਉਹਨੇ ਹੁਕਮ ਲਿਖ ਕੇ ਭੇਜ ਦਿੱਤਾ। ਅਫਗਾਨ ਸ਼ੇਰ, ਅਫਗਾਨ ਜੋ ਕਸ਼ਮੀਰ ਦਾ ਸੂਬਾ ਹੈ, ਇੱਥੋਂ ਦੇ ਕਸ਼ਮੀਰ ਜੋ ਕਸ਼ਮੀਰੀ ਪੰਡਤ ਆ, ਬੜੇ ਵਿਦਵਾਨ ਹਨ। ਅਤੇ ਇਹ ਜੋ ਹਿੰਦੁਸਤਾਨ ਦਾ, ਭਾਰਤ ਦਾ ਇਹ ਸਵਰਗ ਜਿਹੜਾ ਮੰਨਿਆ ਜਾਂਦਾ ਕਸ਼ਮੀਰ ਨੂੰ, ਬੜੀ ਸੁੰਦਰ ਧਰਤੀ ਹੈ। ਇਹਨਾਂ ਕਸ਼ਮੀਰੀ ਪੰਡਤਾਂ ਨੂੰ ਜੇ ਮੈਂ ਮੁਸਲਮਾਨ ਬਣਾ ਲਾਂਗਾ ਤਾਂ ਸਾਰੇ ਹੀ
ਹਿੰਦੂਆਂ ਨੂੰ ਆਪੇ ਇਹ ਪ੍ਰਚਾਰ ਕਰਕੇ ਫਿਰ ਮੁਸਲਮਾਨ ਬਣਾਉਣ ਵਿੱਚ ਮੇਰੀ ਸਹਾਇਤਾ ਕਰਨਗੇ, ਆਪਣੇ ਆਪ ਹੀ ਬਣ ਜਾਣਗੇ ਬਾਕੀ। ਸੋ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਹੁਕਮ ਦੇ ਕੇ ਕਿ ਜਿਹੜਾ ਕੋਈ ਪ੍ਰੇਮ ਨਾਲ ਮੰਨਦਾ ਹੈ ਜਾਂ ਲਾਲਚ ਵਿੱਚ ਆ ਕੇ ਮੰਨਦਾ ਹੈ ਤੇ ਉਹਨੂੰ ਮਨਾ ਲਓ, ਜਿਹੜਾ ਨਹੀਂ ਮੰਨਦਾ ਉਹਨੂੰ ਜ਼ਬਰਦਸਤੀ ਬਣਾਓ। ਜ਼ਬਰਦਸਤੀ ਜੇ ਫਿਰ ਵੀ ਕੋਈ ਨਾਂਹ ਕਰਦਾ ਹੈ ਤਾਂ ਉਹਨੂੰ ਕਤਲ ਕਰ ਦਿਓ। ਇਸ ਤਰ੍ਹਾਂ ਕਹਿੰਦੇ ਪਹਿਲੇ ਦਿਨ ਹੀ ਜਦੋਂ ਇਹਨਾਂ ਦੇ ਜੰਝੂ ਲਾਹ ਕਰਕੇ ਤੋਲੇ, ਜਿਨ੍ਹਾਂ ਨੂੰ ਕਤਲ ਕੀਤਾ ਜਾਂ ਹਿੰਦੂ ਤੋਂ ਮੁਸਲਮਾਨ ਬਣਾਇਆ, 1.25 ਮਣ ਜੰਝੂ ਹੋਏ। ਜਿਹੜੇ ਸਿਆਣੇ ਪੰਡਤ ਸੀ ਉਹਨਾਂ ਨੇ ਵਿਚਾਰ ਕੀਤੀ ਕਿ ਬੜਾ ਔਖਾ ਹੈ, ਇਹਨਾਂ ਤੋਂ ਮੌਲਤ ਮੰਗੀਏ। 6 ਮਹੀਨੇ ਦਾ ਸਮਾਂ ਲਿਆ, ਜਾ ਕੇ ਅਮਰਨਾਥ ਗੁਫਾ ਦੇ ਵਿੱਚ ਤਪੱਸਿਆ ਕੀਤੀ, ਸ਼ਿਵ ਜੀ ਨੂੰ ਅਰਾਧਿਆ ਕਿ ਸਾਡੀ ਸਹਾਇਤਾ ਕਰੋ, ਬੋੜੋ। ਹੋਰ ਸਾਰਿਆਂ ਨੇ ਆਪੋ ਆਪਣੇ ਯਤਨ ਕੀਤੇ। ਕਿਸੇ ਨੇ ਕਾਲੀ ਨੂੰ ਅਰਾਧਿਆ, ਕਾਲੀ ਕਲਕੱਤੇ ਵਾਲੀ ਪਾਵਨ ਕਰ ਗਈ ਖਾਲੀ, ਕਿਥੇ ਜਾ ਬਿਰਾਜੀ ਚਾਦਰਾਂ ਨੂੰ ਤਾਣ ਕੇ, ਪਰ ਕੋਈ ਵੀ ਨਾ ਆਇਆ। ਕਹਿੰਦੇ ਅਮਰਨਾਥ ਗੁਫਾ 'ਚੋਂ ਇਹਨਾਂ ਨੂੰ ਸੋ ਇੱਕ ਚਿੱਠੀ ਪ੍ਰਾਪਤ ਹੋਈ ਕਿ ਤੁਹਾਡੀ ਸਹਾਇਤਾ ਇਸ ਕਲਯੁਗ ਦੇ ਸਮੇਂ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਤੁਸੀਂ ਉਹਨਾਂ ਦੀ ਸ਼ਰਨ ਜਾ ਕੇ ਪਾਓ। ਸੋ ਮੰਜ਼ਲਾਂ ਨੂੰ ਮਾਰਦੇ ਹੋਏ ਇਹ 16 ਬ੍ਰਾਹਮਣਾਂ ਦੇ ਮੁਖੀ ਬ੍ਰਾਹਮਣਾਂ ਦੇ ਸਮੇਤ ਸੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਕੇ ਪਿਆਰਿਓ ਕਿਰਪਾ ਰਾਮ ਜਿਹੜਾ ਪੰਡਤ ਹੈ ਨਾ, ਇਹ ਪਹੁੰਚਾ, ਜਿਸ ਦਾ ਵੇਰਵਾ ਪਾਟਵਹੀ ਤਲੌਂਡਾ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਕਿਰਪਾ ਰਾਮ ਬੇਟਾ ਅੜੂ ਰਾਮ ਕਾ ਪੋਤਰਾ, ਸੋ पोतरा नारायण दास का, पड़पोता ब्रह्मदास का, वंश ठाकुर का और सारस्वत ब्राह्मण। ये जो मटनवासी परगना कश्मीर, परगना श्रीनगर ते देश कश्मीर तो चल करके मुखी खोड़स ब्राह्मणों के समेत चक नानकी आया। परगना कहलूर 1732 संमत जेठ सुदी एकादशी के दिन गुरु तेग बहादुर महल नौमे ने इन्हों को धीरज दिया। इस प्रकार ये जो जिक्र आउंदा है कि 16 मुखी ब्राह्मण ते होर बाकियां नूं नाल लै करके किरपा राम धन गुरु तेग बहादुर साहब सच्चे पातशाह महाराज जी की हजूरी विच पहुंचा। इतिहास ਵਿੱਚ ਵਰਣਨ ਹੈ ਕਿ ਉਸ ਵੇਲੇ ਇਹਨਾਂ ਦੀ ਬੜੀ ਮਾੜੀ ਹਾਲਤ ਸੀ, ਬੜੇ ਦੁਖੀ ਸਨ। ਸੋ ਦੁਰਬਲ ਸਰੀਰ, ਸਰੀਰ ਤੇ ਸੁਆਹ ਮਲੀ ਹੋਈ, ਫਟੇ ਹੋਏ ਬਸਤਰ ਸਨ, ਅੱਖਾਂ ਵਿੱਚ ਹੰਝੂ ਤੇ ਛਾਤੀਆਂ 'ਚ ਹੌਕੇ, ਮੂੰਹ ਵਿੱਚ ਕਹਿੰਦੇ ਇਹ ਆਜਜ਼ਪੁਣਾ ਵਿਖਾਉਂਦਿਆਂ ਘਾ ਲਿਆ ਹੋਇਆ ਸੀ। ਲੀਲੜੀਆਂ ਕੱਢਦੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਆ ਕੇ ਫਰਿਆਦਾਂ ਕਰਨ ਲੱਗੇ।
ਤਿਸ ਸਮੇਂ ਸਤਿਗੁਰੂ ਜੀ ਨੇ ਇਹਨਾਂ ਦੀ ਫਰਿਆਦ ਨੂੰ ਸੁਣਿਆ। ਦੀਵਾਨ ਦੇ ਵਿੱਚ ਇੰਨੇ ਚਿਰ ਨੂੰ ਬਾਲਕ ਅਵਸਥਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਹਰੋਂ ਬਾਲ ਲੀਲਾ ਕਰਦੇ ਹੋਏ, ਹਾੜੀਆਂ ਨਾਲ ਖੇਡਦੇ ਹੋਏ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਨੂੰ, ਧੰਨ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆ ਕੇ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਸਤਿਗੁਰਾਂ ਦੀ ਗੋਦੀ ਵਿੱਚ ਆ ਬੈਠੇ। ਪੁੱਛਿਆ, ਪਿਤਾ ਜੀ ਇਹ ਕੌਣ ਹਨ? ਸਤਿਗੁਰੂ ਜੀ ਨੇ ਦੱਸਿਆ ਕਿ ਕਸ਼ਮੀਰੀ ਪੰਡਤ ਹਨ, ਇਹਨਾਂ ਦੇ ਧਰਮ ਨੂੰ ਖਤਰਾ ਹੈ। ਔਰੰਗਜ਼ੇਬ ਇਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਪਿਤਾ ਜੀ, ਸਤਿਗੁਰੂ ਜੀ, ਇਹਨਾਂ ਦੇ ਧਰਮ ਦੀ ਰੱਖਿਆ ਕਿਵੇਂ ਹੋਵੇ? ਸਤਿਗੁਰੂ ਜੀ ਨੇ ਬਚਨ ਕੀਤਾ ਕਿ ਕੋਈ ਮਹਾਬਲੀ ਆਤਮਾ, ਕੋਈ ਮਹਾਨ ਆਤਮਾ ਇਹਨਾਂ ਦੇ ਵਾਸਤੇ ਆਪਣਾ ਬਲੀਦਾਨ ਦੇ ਦੇਵੇ ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ। ਬੇਨਤੀ ਕੀਤੀ ਕਿ ਪਿਤਾ ਜੀ ਆਗਿਆ ਹੋਵੇ ਤਾਂ ਰਾਏ ਦਈਏ। ਸਤਿਗੁਰੂ ਜੀ ਕਹਿਣ ਲੱਗੇ, ਹਾਂ ਲਾਲ ਜੀ, ਤੁਹਾਡੀ ਰਾਏ ਲੈਣ ਲਈ ਇਹ ਦੀਵਾਨ ਸਜਾਇਆ। ਕਹਿਣ ਲੱਗੇ, ਮਹਾਰਾਜ ਜੇ ਤਰਲੋਕੀ 'ਚ ਨਿਗਾਹ ਮਾਰੀਏ ਤਾਂ ਇਸ ਵੇਲੇ ਆਪ ਜੀ ਵਰਗੀ ਮਹਾਨ ਆਤਮਾ ਕੋਈ ਨਹੀਂ। ਆਪ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨੌਵੀਂ ਜੋਤ ਹੋ। ਕਿਰਪਾ ਕਰੋ ਆਪ ਜੀ ਇਹਨਾਂ ਦੀ ਧਰਮ ਦੀ ਰੱਖਿਆ ਕਰੋ, ਆਪਣਾ ਬਲੀਦਾਨ ਦਿਓ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਖ ਕਰਨ ਵਾਸਤੇ ਬਚਨ ਕੀਤੇ। ਇਹ ਢਿਲਾਈ ਦੇ ਬਚਨ ਨਹੀਂ ਸਮਝਣੇ। ਕਹਿਣ ਲੱਗੇ, ਲਾਲ ਜੀ, ਜੇ ਅਸੀਂ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਤੁਸੀਂ ਯਤੀਮ ਹੋ ਜਾਓਗੇ, ਤੁਹਾਡੇ ਮਾਤਾ ਜੀ ਵਿਧਵਾ ਹੋ ਜਾਣਗੇ। ਅੱਗੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਉਸ ਵੇਲੇ ਗੋਬਿੰਦ ਰਾਏ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ, ਜੇ ਲੱਖਾਂ ਯਤੀਮ ਹੋਣ ਤੋਂ ਬਚ ਜਾਣ ਤੇ ਅਸੀਂ ਯਤੀਮ ਹੁਣੇ ਦਾ ਦੁੱਖ ਸਹਾਰ ਲਵਾਂਗੇ। ਲੱਖਾਂ ਮਾਤਾਵਾਂ ਜੇ ਵਿਧਵਾ ਹੋਣ ਤੋਂ ਬਚ ਜਾਣ ਤੇ ਸਾਡੇ ਮਾਤਾ ਜੀ ਵੀ ਇਹ ਦੁੱਖ ਜੋ ਸਹਾਰ ਲੈਣਗੇ। ਪਰ ਆਪ ਜੀ ਇਹਨਾਂ ਦੀ ਧਰਮ ਦੀ ਜ਼ਰੂਰ ਰੱਖਿਆ ਕਰੋ। ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਕਿ ਲਾਲ ਜੀ, ਤੁਹਾਡੇ ਤੋਂ ਇਹੋ ਆਸ ਸੀ। ਇਸ ਤਰ੍ਹਾਂ ਕਹਿ ਕੇ ਕਹਿਣ ਲੱਗੇ, ਸੰਭਾਲੋ ਆਪਣੀ ਸੰਗਤ ਔਰ ਅਸੀਂ ਜਾਂਦੇ ਹਾਂ ਸ਼ਹੀਦੀ ਦੇਣ ਵਾਸਤੇ। ਪੰਡਤਾਂ ਨੂੰ ਕਹਿ ਦਿੱਤਾ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਾਡੇ ਧਾਰਮਿਕ ਆਗੂ ਹਨ, ਅਸੀਂ ਉਹਨਾਂ ਦੀ ਸ਼ਰਨ ਪਏ ਹਾਂ। ਜੇ ਉਹ ਇਕੱਲੇ ਹੀ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਮੁਸਲਮਾਨ ਬਣਨ ਨੂੰ ਤਿਆਰ ਹਾਂ। ਉਹਨੇ ਸੋਚਿਆ ਬੜੀ ਸੌਖੀ ਗੱਲ ਹੈ, ਇੱਕ ਆਦਮੀ ਨੂੰ ਬਣਾਉਣਾ, ਇੱਕ ਆਦਮੀ ਦਾ ਧਰਮ ਪਰਿਵਰਤਨ ਕਰਾਉਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਸ ਪ੍ਰਕਾਰ ਜਾ ਕਰਕੇ ਫਿਰ ਦਿੱਲੀ ਵਿਖੇ ਰਸਤੇ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦਿਆਂ, ਗੁਰੂ ਕੇ ਪਿਆਰਿਓ, ਦਿੱਲੀ ਆਗਰੇ ਪਹੁੰਚੇ। ਉੱਥੋਂ ਅਯਾਲੀ ਦੇ ਰਾਹੀਂ, ਆਜੜੀ ਦੇ ਰਾਹੀਂ ਸਤਿਗੁਰੂ ਜੀ ਨੇ ਗ੍ਰਿਫਤਾਰੀ ਦਿੱਤੀ। ਫਿਰ ਬੰਦੀਖਾਨੇ ਵਿੱਚ ਕਸ਼ਟ ਸਹਾਰੇ 3 ਸਿੱਖ ਸਤਿਗੁਰਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤੇ ਗਏ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਸ ਪ੍ਰਕਾਰ ਲੋਹੇ ਦੇ ਪਿੰਜਰੇ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਸਿੱਖਾਂ ਦੀਆਂ ਭਾਵਨਾ ਨੂੰ ਪੂਰਿਆਂ ਕੀਤਾ ਔਰ
ਸਤਿਗੁਰੂ ਗਰੀਬ ਨਵਾਜ ਜੀ ਨੇ ਸਿਰ ਦੇ ਕਰਕੇ ਠੀਕਰ ਫੋਰ ਦਿਲੀਸ ਸਿਰ ਪ੍ਰਭਪੁਰ ਕੀਆ ਪਿਆਨ। ਆਪਣੇ ਸਰੀਰ ਦਾ ਇਹ ਠੀਕਰਾ ਨਰੰਗੇ ਦੇ ਸਿਰ ਤੇ ਭੰਨ ਕੇ ਇਹਨਾਂ ਦੇ ਲਾਲਚਾਂ ਨੂੰ ਜੁੱਤੀ ਦੀ ਨੋਕ ਨਾਲ ਠੁਕਰਾ ਕੇ ਔਰ ਇਹਨਾਂ ਦੇ ਡਰਾਵਿਆਂ ਨੂੰ ਸਤਿਗੁਰੂ ਗਰੀਬ ਨਵਾਜ ਜੀ ਨੇ ਨਾ ਮੰਨਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ। ਸੋ ਦਿੱਲੀ ਚਾਂਦਨੀ ਚੌਂਕ ਵਿਖੇ ਜਿੱਥੇ ਸਤਿਗੁਰੂ ਗਰੀਬ ਨਵਾਜ ਜੀ ਦੀ ਯਾਦ ਵਿੱਚ ਸੋ ਗੁਰਦੁਆਰਾ ਸੀਸਗੰਜ ਸਾਹਿਬ ਹੈ। ਇਸ ਸਥਾਨ ਤੇ ਗੁਰੂ ਕੇ ਪਿਆਰਿਓ ਬੋਹੜ ਦੇ ਥਾਂ ਸੋ ਸਤਿਗੁਰੂ ਗਰੀਬ ਨਵਾਜ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਅੱਜ ਦੇ ਦਿਨ ਸੰਮਤ 1732 ਬਿਕਰਮੀ ਨੂੰ ਮੱਘਰ ਸੁਦੀ ਪੰਚਮੀ ਨੂੰ ਸਤਿਗੁਰੂ ਗਰੀਬ ਨਵਾਜ ਜੀ ਨੇ ਆਪਣਾ ਪਾਵਨ ਬਲੀਦਾਨ ਸੀਸ ਬਲੀਦਾਨ ਕੀਤਾ, ਸ਼ਹੀਦੀ ਪ੍ਰਾਪਤ ਕੀਤੀ ਔਰ ਸਿਰ ਦੇ ਕੇ ਸਤਿਗੁਰੂ ਗਰੀਬ ਨਵਾਜ ਜੀ ਨੇ ਸ਼ਰਨ ਪਿਆਂ ਦੀ ਲਾਜ ਰੱਖੀ। ਇਹ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਸੰਗ ਸੋ ਇਹ ਹੁਣ ਸੰਖੇਪ ਵਿੱਚ ਸੁਣਾਇਆ ਹੈ। ਯਤਨ ਕਰਾਂਗੇ ਕੱਲ੍ਹ ਨੂੰ ਸਤਿਗੁਰੂ ਜੀ ਦਾ ਪਾਵਨ ਪ੍ਰਸੰਗ ਜੋ ਹੈ ਸ਼ਹੀਦੀ ਦਾ ਇਹ ਵਿਸਥਾਰ ਨਾਲ ਸੋ ਕਰਨ ਦਾ ਯਤਨ ਕਰਾਂਗੇ। ਧੰਨ ਗੁਰੂ ਗਰੀਬ ਨਵਾਜ ਜੀ ਦੀ ਪਾਵਨ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ।